ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ। ਖਾਲਸੇ ਦੀ ਫਤਿਹ ਵੀ ਗੁਰੂ ਦੀ ਹੀ ਫਤਿਹ ਹੁੰਦੀ ਹੈ। ਗੁਰੂ ਧੰਨ ਹੈ, ਗੁਰੂ ਵਾਹ ਹੈ। ਗੁਰੂ ਪਿਆਰ ਵਾਲਿਓ, ਅੱਜ ਦੇ ਇਸ ਸੈਸ਼ਨ ਵਿੱਚ ਵਿਚਾਰ ਚਰਚਾ ਹੈ ਅਰਦਾਸ ਵਾਲੀ ਭਗਉਤੀ ਦਾ ਸਰੋਤ ਕੀ ਹੈ। ਅਰਦਾਸ ਵਿੱਚ ਜਿਹੜਾ ਕਿਹਾ ਜਾਂਦਾ ਹੈ ਪ੍ਰਥਮ ਭਗਉਤੀ ਸਿਮਰਕ ਹੈ, ਇਹ ਕਿੱਥੋਂ ਇਹ ਆਈ ਹੈ, ਇਹ ਪੌੜੀ ਕਿੱਥੋਂ ਆਈ ਹੈ, ਤੇ ਇਹਦੇ ਵਿੱਚ ਭਗਉਤੀ ਸ਼ਬਦ ਜਿਹੜਾ ਹੈ ਇਹ ਅਸਲ ਵਿੱਚ ਕੀ ਸੀ ਤੇ ਇਸ ਨੂੰ ਕਦੋਂ ਸ਼ਾਮਲ ਕੀਤਾ ਗਿਆ। ਅਸਲ ਸ਼ਬਦ ਕੀ ਸੀ ਭਗਉਤੀ ਦੀ ਥਾਂ ਤੇ, ਇਸ ਬਾਰੇ ਡਾਕਟਰ ਰਤਨ ਸਿੰਘ ਜੱਗੀ ਦੀ ਖੋਜ ਦੇ ਆਧਾਰ ਉੱਤੇ ਵਿਚਾਰ ਕਰਦੇ ਹਾਂ। ਅਰਦਾਸ ਵਾਲੀ ਭਗਉਤੀ ਦਾ ਸਰੋਤ ਕੀ ਹੈ, ਅਸਲ ਨਾਂ ਕੀ ਸੀ। ਪ੍ਰਥਮ ਭਗਉਤੀ ਸੀ ਜਿਹਦੇ ਵਿੱਚ ਜਿਹੜਾ ਵਾਰ ਦਾ ਸਿਰਲੇਖ ਬਣਾ ਦਿੱਤਾ ਗਿਆ, ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹ 10ਵੀਂ, ਇਹ ਅਸਲ ਵਿੱਚ ਕੀ ਸੀ, ਇਸ ਥਾਂ ਦੇ ਕਿਹੜਾ ਸਿਰਲੇਖ ਸੀ ਤੇ ਇਹ ਕਦੋਂ ਬਦਲਿਆ ਗਿਆ। ਕੀ ਇੱਕ ਧੋਖਾ ਕੀਤਾ ਗਿਆ, ਸਿੱਖਾਂ ਨੂੰ ਵਾਰ ਦੁਰਗਾ ਕੀ ਵਿੱਚ ਵਰਤੇ ਦੁਰਗਾ ਨਾਂ ਤੋਂ ਓਹਲੇ ਕਰਕੇ ਇਸ ਦੀ ਜਗ੍ਹਾ ਤੇ ਭਗਉਤੀ ਸ਼ਬਦ ਜਿਹੜਾ ਹੈ ਉਹ ਵਰਤਿਆ ਗਿਆ। ਹਾਲਾਂਕਿ ਜਿਸ ਰਚਨਾ ਦੇ ਵਿੱਚੋਂ ਇਹ ਪੌੜੀ ਪਾਈ ਗਈ ਹੈ, ਉਸ ਰਚਨਾ ਦਾ ਜਿਹੜਾ ਸਿਰਲੇਖ ਹੈ ਉਹ ਭਗਉਤੀ ਨਹੀਂ ਹੈ, ਉਹ ਵਾਰ ਦੁਰਗਾ ਕੀ ਹੈ। ਇਸ ਬਾਰੇ ਵਿਚਾਰ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ। ਅਰਦਾਸ ਵਾਲੀ ਭਗਉਤੀ ਦਾ ਸਰੋਤ ਵਾਰ ਦੁਰਗਾ ਕੀ। ਬਦਲੇ ਹੋਏ ਨਾਂ ਵਾਰ ਦੁਰਗਾ ਕੀ ਤੇ ਹਨ ਚੰਡੀ ਦੀ ਵਾਰ ਜਾਂ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ, ਇਹ ਬਦਲੇ ਹੋਏ ਨਾਂ ਹਨ। ਅਸਲ ਨਾਮ ਵਾਰ ਦੁਰਗਾ ਕੀ ਹੈ। ਡਾਕਟਰ ਰਤਨ ਸਿੰਘ ਜੱਗੀ ਦੀ ਖੋਜ ਅਨੁਸਾਰ ਵਿਚਿੱਤਰ ਨਾਟਕ ਦੀਆਂ ਪੁਸਤਕਾਂ ਦੇ ਤਤਕਰੇ ਹੇਠਾਂ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਲੱਭਣ ਦੀ ਕੋਸ਼ਿਸ਼ ਹੈ ਕਿ ਕੀ ਇਹਨਾਂ ਤਤਕਰਿਆਂ ਵਿੱਚ ਵਾਰ ਦੁਰਗਾ ਕੀ ਲਿਖਿਆ ਹੋਇਆ ਜਾਂ ਵਾਰ ਸ਼੍ਰੀ ਭਗਉਤੀ ਜੀ ਕੀ ਲਿਖਿਆ ਹੋਇਆ, ਇਹ ਧੋਖਾ ਜਿਹੜਾ ਕਿਵੇਂ ਕੀਤਾ ਗਿਆ। ਸੋ ਪਹਿਲੀ ਪੁਸਤਕ ਹੈ ਪਟਨੇ ਵਾਲੀ ਪੁਸਤਕ। ਇਹਨਾਂ ਪੁਸਤਕਾਂ ਤੋਂ ਹੀ ਮਟੀਰੀਅਲ ਲੈ ਕੇ ਦਸ਼ਮ ਗ੍ਰੰਥ ਨਾਂ ਦੀ ਰਚਨਾ ਕੀਤੀ ਗਈ ਸੀ 1895 ਦੇ ਵਿੱਚ। ਤੇ ਪਹਿਲੀ ਪੁਸਤਕ ਹੈ ਪਟਨੇ ਵਾਲੀ, ਲਿਖਾਰੀ ਦਾ ਸੁੱਖਾ ਸਿੰਘ ਹੈ। ਤੇ ਔਰ ਇਸ ਪੁਸਤਕ ਨੂੰ ਵੀ 10ਵੇਂ ਪਾਤਸ਼ਾਹ ਦੇ ਨਾਲ ਜੋੜ ਕੇ ਉਹਨਾਂ ਨੂੰ ਲਿਖਾਰੀ ਬਣਾਇਆ ਗਿਆ ਹੈ। ਹਾਲਾਂਕਿ ਇਸ ਪੁਸਤਕ ਵਿੱਚ ਲਿਖਿਆ ਹੈ ਲਿਖਾਰੀ ਸੁੱਖਾ ਸਿੰਘ, ਪੱਤਰੇ 713 ਸੰਮਤ 1832 ਵਿੱਚ ਲਿਖੀ ਗਈ ਹੈ। ਜਾਣੀ 10ਵੇਂ ਪਾਤਸ਼ਾਹ ਜੀ ਦੇ ਜੋਤੀਓ ਸਮਾਉਣ ਤੋਂ 67 ਸਾਲ ਬਾਅਦ ਇਹ ਪਟਨੇ ਵਾਲੀ ਪੁਸਤਕ ਜਿਹੜੀ ਆ ਸੁੱਖਾ ਸਿੰਘ ਨੇ ਲਿਖੀ ਹੈ, ਜਿਸ ਨੂੰ 10ਵੇਂ ਪਾਤਸ਼ਾਹ ਦੀ ਕਹਿ ਕੇ 10ਵੇਂ ਗ੍ਰੰਥ ਦੇ ਵਿੱਚ ਐਡ ਕੀਤਾ ਹੋਇਆ। ਹੁਣ ਇਸ ਪਟਨੇ ਵਾਲੀ ਪੁਸਤਕ ਦੇ ਤਤਕਰੇ ਵਿੱਚ ਦੇਖਦੇ ਹਾਂ ਕੀ ਕੀ ਲਿਖਿਆ ਹੈ। ਜਾਪ, ਅਕਾਲ ਉਸਤਤ, ਸਵਈਏ, ਵਿਚਿੱਤਰ ਨਾਟਕ, 24 ਅਵਤਾਰ, ਚੰਡੀ ਚਰਿੱਤਰ, ਬ੍ਰਹਮਾ ਅਵਤਾਰ, ਗਿਆਨ ਪ੍ਰਬੋਧ, ਚੰਡੀ ਚਰਿੱਤਰ, ਦੂਜਾ ਰੁਦਰ ਅਵਤਾਰ, ਵਿਸ਼ਨਪਦੇ, ਛੱਕਾ ਭਗਉਤੀ ਜੂ ਕਾ, ਸ਼ਸਤਰ ਨਾਮ ਵਾਲਾ,
14 ਨੰਬਰ ਤੇ ਹੈ ਵਾਰ ਦੁਰਗਾ ਕੀ। 15 ਤੇ ਚਰਿਤੋਪਾਖਿਆਨ ਅਸਫੋਟਕ ਕਵਿਤ ਭਗਵੰਤ ਗੀਤਾ ਸੰਸਾਰ ਸੁਖਮਨਾ। ਅੱਗੇ ਕੁਝ ਸ਼ਬਦ ਹਨ। ਵਾਰ ਮਾਲਕੌਂਸ ਹੈ, ਫਿਰ ਵਾਰ ਭਗੌਤੀ ਜੂ ਕੀ ਹੈ, ਫਿਰ ਜ਼ਫਰਨਾਮਾ ਹੈ ਗੁਰਮੁਖੀ ਵਿੱਚ। ਇਹ ਹੈ ਤਤਕਰਾ ਪਟਨੇ ਵਾਲੀ ਪੁਸਤਕ ਦਾ, ਜਿਹਦੇ ਵਿੱਚ 14 ਨੰਬਰ ਤੇ ਹੈ ਵਾਰ ਦੁਰਗਾ ਕੀ, ਜਿਸ ਦਾ ਬਦਲ ਕੇ ਨਾਂ ਅੱਜ ਕੱਲ੍ਹ ਦਸ਼ਮ ਗ੍ਰੰਥ ਵਿੱਚ ਮਿਲਦਾ ਹੈ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਹਾਲਾਂਕਿ ਪਟਨੇ ਵਾਲੀ ਪੋਥੀ ਵਿੱਚ ਕਿਤੇ ਨਹੀਂ ਲਿਖਿਆ ਪਾਤਸ਼ਾਹੀ ਦਸਵੀਂ, ਤੇ ਇਹ ਪਟਨੇ ਵਾਲੀ ਪੋਥੀ ਜਿਹੜੀ ਇਹਦਾ ਨਾਮ ਵਾਰ ਦੁਰਗਾ ਕੀ ਬਦਲ ਕੇ ਅੱਜ ਕੱਲ੍ਹ ਦੇ ਦਸ਼ਮ ਗ੍ਰੰਥ ਵਿੱਚ ਲਿਖਿਆ ਹੈ ਵਾਰ ਸ਼੍ਰੀ ਭਗੌਤੀ ਜੀ ਕੀ। ਇਹ ਧੋਖਾ ਹੈ। ਅੱਗੇ ਚੱਲਦੇ ਹਾਂ। ਸੰਗਰੂਰ ਵਾਲੀ ਪੁਸਤਕ ਇਹ ਦੇਖਦੇ ਹਾਂ ਇਹ ਕਦੋਂ ਹੋਂਦ ਵਿੱਚ ਆਉਂਦੀ ਹੈ, ਤੇ ਇਹਨੂੰ ਵੀ 10ਵੇਂ ਪਾਤਸ਼ਾਹ ਦੇ ਨਾਂ ਨਾਲ ਜੋੜਿਆ ਜਾ ਰਿਹਾ। ਇਹ ਇੱਕ ਪਠਾਨ ਤੋਂ, ਜਿਹਦਾ ਨਾਂ ਇੱਕ ਪਠਾਨ ਤੋਂ ਰਾਜਾ ਸਰੂਪ ਸਿੰਘ ਨੂੰ ਮਿਲੀ ਸੀ। ਰਾਜਾ ਸਰੂਪ ਸਿੰਘ ਦਾ ਜਿਹੜਾ ਰਾਜਕਾਲ ਸੀ 1837 ਤੋਂ 1864 ਤੱਕ ਸੀ। ਤੇ ਜੇ 1850 ਵਿੱਚ ਵੀ ਮੰਨਿਆ ਜਾਵੇ ਕਿ ਰਾਜਾ ਸਰੂਪ ਸਿੰਘ ਨੂੰ ਇੱਕ ਪਠਾਨ ਤੋਂ ਹੀ ਮਿਲੀ ਸੀ ਪੋਥੀ ਜਾਂ ਪੁਸਤਕ ਸੰਗਰੂਰ ਵਾਲੀ, ਤਾਂ ਵੀ ਇਹ 10ਵੇਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ 142 ਸਾਲ ਬਾਅਦ ਹੋਂਦ ਵਿੱਚ ਆਉਂਦੀ ਹੈ, ਜਿਸ ਨੂੰ 10ਵੇਂ ਪਾਤਸ਼ਾਹ ਦੇ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ 142 ਸਾਲ ਬਾਅਦ ਇਹ ਪ੍ਰਗਟ ਹੁੰਦੀ ਹੈ। ਇਹਦਾ ਤਤਕਰਾ ਦੇਖਦੇ ਹਾਂ ਵਿੱਚ ਕੀ ਲਿਖਿਆ ਹੈ। ਜਾਪ ਹੈ, ਸ਼ਸਤਰ ਨਾਮ ਵਾਲਾ ਹੈ, ਕਾਲ ਉਸਤਤ ਹੈ, ਬਚਿੱਤਰ ਨਾਟਕ ਹੈ, ਚੰਡੀ ਚਰਿੱਤਰ ਹੈ, 24 ਅਵਤਾਰ। ਇਹ ਚੰਡੀ ਚਿੱਤਰ ਜਿਹੜਾ ਆ ਇਹ ਦੁਰਗਾ ਕੀ ਵਾਰ ਨਹੀਂ, ਇਹ ਹੋਰ ਹੈ। ਬ੍ਰਹਮਾ ਅਵਤਾਰ, ਰੁद्रा अवतार, ज्ञान प्रबोध, चित्रोपाख्यान, संसार सुखमना, वार मालकौंस के, छक्का भगौती जी का, बिशनपदे, जफरनामा गुरमीते फारसी ਵਿੱਚ ਵੀ ਹੈ। ਸਵਈਏ ਅਸਫੋਟਕ ਕਵਿਤ ਤੇ ਅੱਗੇ ਸਿਰਲੇਖ ਤੋਂ ਬਿਨਾ ਕੁਝ ਪਦ ਹੈਗੇ ਆ। ਤੋ ਇਹ ਜਿਹੜੀ ਸੰਗਰੂਰ ਵਾਲੀ ਪੋਥੀ ਹੈ ਇਹਦੇ ਵਿੱਚ ਵਾਰ ਦੁਰਗਾ ਕੀ ਇਹ ਟੌਪਿਕ ਇਹ ਹੈ ਨੇ, ਭਾਵ ਵਾਰ ਦੁਰਗਾ ਕੀ ਦੀ ਰਚਨਾ ਜਿਹੜੀ ਹੈ ਇਹ ਸੰਗਰੂਰ ਵਾਲੀ ਪੁਸਤਕ ਵਿੱਚ ਇਹ ਸ਼ਾਮਲ ਨਹੀਂ ਹੈ। ਇਸ ਵਿੱਚ ਕੋਈ ਵੀ ਵਾਰ ਦੁਰਗਾ ਕੀ ਨਹੀਂ ਹੈ। ਅੱਗੇ ਦੇਖਦੇ ਹਾਂ ਮੋਤੀ ਬਾਗ ਪਟਿਆਲੇ ਵਾਲੀ ਪੁਸਤਕ ਜਿਹੜੀ ਹੈ ਡਾਕਟਰ ਜੱਗੀ ਅਨੁਸਾਰ ਇਹ 1775 ਈਸਵੀ ਵਿੱਚ ਤਿਆਰ ਕੀਤੀ ਜਿਹੜੀ ਪੋਥੀ ਹੈ ਉਹਦਾ ਅਵਤਾਰਾ ਹੈ। ਜਿਵੇਂ ਪਟਨਾ ਸਾਹਿਬ ਵਾਲੀ ਪੋਥੀ ਜਿਹੜੀ ਹੈ ਸੁੱਖਾ ਸਿੰਘ ਦੀ ਲਿਖੀ ਹੋਈ ਉਹਦਾ ਹੀ ਅਵਤਾਰਾ ਕੀਤਾ ਗਿਆ ਹੈ। ਇਹਦਾ ਨਾਂ ਲਿਖਤਾ ਮੋਤੀ ਬਾਗ ਪਟਿਆਲੇ ਵਾਲੀ ਪੁਸਤਕ। ਤੇ ਇਹ ਇੱਕ ਤੋਂ ਵੱਧ ਲਿਖਾਰੀਆਂ ਨੇ ਇਹਦਾ ਅਵਤਾਰਾ ਕੀਤਾ ਆ ਪਟਨੇ ਵਾਲੀ ਪੋਥੀ ਦਾ। ਉਹਦਾ ਨਾਂ ਲਿਖ ਦਿੱਤਾ ਮੋਤੀ ਬਾਗ ਪਟਿਆਲੇ ਵਾਲੀ ਪੁਸਤਕ। ਇਹਦੇ ਵਿੱਚ ਕੀ ਕੀ ਲਿਖਿਆ? ਜਾਪ, ਚਿੱਤਰ ਨਾਟਕ, ਚੰਡੀ ਚਰਿੱਤਰ 2, 24 ਅਵਤਾਰ, ਬ੍ਰਹਮਾ ਅਵਤਾਰ, ਰੁद्रा ਅਵਤਾਰ, ਪਾਰਸਨਾਥ, ਸ਼ਸਤਰ ਨਾਮ ਵਾਲਾ, ਅਕਾਲ ਉਸਤਤ, ਗਿਆਨ ਪ੍ਰਬੋਧ, ਵਾਰ ਦੁਰਗਾ ਕੀ ਆ ਗਿਆ। ਇਹ 12 ਨੰਬਰ ਤੇ ਹੈ। ਚਰਿਤ੍ਰੋਪਾਖਿਆਨ, ਅਸਫੋਟਕ ਵਿੱਚ ਸਵਈਏ, ਵਿਸ਼ਨਪਦੇ, ਸਾਧ, ਜ਼ਫਰਨਾਮਾ ਫਾਰਸੀ ਤੇ ਗੁਰਮੁਖੀ ਵਿੱਚ ਵੀ ਹੈ। ਭਾਈ ਮਨੀ ਸਿੰਘ ਵਾਲੀ ਪੋਥੀ ਜਿਹੜੀ ਹੈ ਉਹ ਬਾਅਦ 'ਚ ਆਉਂਦੀ ਹੈ। ਤੋ ਇਹ ਜਿਹੜੀ ਮੋਤੀ ਬਾਗ ਪਟਿਆਲੇ ਵਾਲੀ ਪੁਸਤਕ ਹੈ ਇਹਦੇ 12 ਨੰਬਰ ਤਤਕਰੇ ਦੇ 12 ਨੰਬਰ ਵਿੱਚ ਵਾਰ ਦੁਰਗਾ ਕੀ ਲਿਖਿਆ ਹੈ। ਇਸੇ ਵਾਰ ਦੁਰਗਾ ਕੀ ਦਾ ਨਾਮ ਬਦਲ ਕੇ ਵਾਰ ਸ਼੍ਰੀ ਭਗੌਤੀ ਕੀ ਪਾਤਸ਼ਾਹ ਦਸਵੀਂ ਧੋਖੇ ਨਾਲ ਅੱਜ ਕੱਲ੍ਹ ਦੇ ਦਸਮ ਗ੍ਰੰਥ ਵਿੱਚ ਲਿਖਿਆ ਹੋਇਆ। ਇਹ ਧੋਖਾ ਜਿਹੜਾ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਕੀਤਾ ਗਿਆ। ਅਸਲ ਨਾਮ ਵਾਰ ਦੁਰਗਾ ਕੀ ਹੈ, ਪਰ ਅੱਜ ਕੱਲ੍ਹ ਦੇ ਦਸ਼ਮ ਗ੍ਰੰਥ ਵਿੱਚ ਇਹਦਾ ਨਾਮ ਬਦਲ ਕੇ ਕੀਤਾ ਗਿਆ ਵਾਰ ਸ਼੍ਰੀ ਭਗੌਤੀ ਜੀ ਕੀ। ਪਾਤਸ਼ਾਹ ਦਸਵੀਂ ਵੀ ਨਾਲ ਜੋੜਿਆ ਗਿਆ। ਹੁਣ ਦੇਖਦੇ ਹਾਂ ਭਾਈ ਮਨੀ ਸਿੰਘ ਦੇ ਨਾਂ ਨਾਲ ਜਿਹੜੀ ਪੋਥੀ ਜੋੜੀ ਜਾਂਦੀ ਹੈ ਇਹ ਕਿਵੇਂ ਪ੍ਰਗਟ ਹੁੰਦੀ ਹੈ। ਭਾਈ ਮਨੀ ਸਿੰਘ 1644 ਤੋਂ 1737 ਇਹ ਇਹਨਾਂ ਦਾ ਜੀਵਨ ਕਾਲ ਹੈ। ਮੁਲਤਾਨ ਦੀ ਜਿੱਤ ਜਿਹੜੀ ਹੈ ਉਹ 1818 ਵਿੱਚ ਹੋਈ। ਤਾਂ ਇਸ ਮੁਲਤਾਨ ਦੀ ਜਿੱਤ ਵਿੱਚ ਇਹ ਕਿਸੇ ਸੈਨਿਕ ਨੂੰ ਲੁੱਟ ਵਿੱਚ ਮਿਲੀ ਸੀ। ਲੁੱਟ ਵਿੱਚ ਇਹਦਾ ਮਤਲਬ ਜਿਹੜੀ ਸਿੱਖਾਂ ਦੀ ਫੌਜ ਸੀ
ਉਹ ਲੁੱਟਮਾਰ ਵੀ ਕਰਦੀ ਸੀ। ਇਹ ਪੋਥੀ ਜਿਹੜੀ ਆ ਇਹ ਲੁੱਟਮਾਰ ਚੋਂ ਮਿਲੀ ਆ। ਜਿਹੜੇ ਮੋਰੇ ਮੁਗਲ ਪਠਾਨ ਲੜ ਰਹੇ ਸੀ, ਸੈਨਿਕ ਲੜ ਰਹੇ ਸੀ ਮੁਸਲਮਾਨ ਆਦਿਕ, ਜਦੋਂ ਉਹ ਹਾਰ ਗਏ ਤਾਂ ਉਹਨਾਂ ਦੀ ਲੁੱਟ ਖੋਹ ਕੀਤੀ ਗਈ ਤਾਂ ਇਹ ਪੋਥੀ ਵੀ ਉੱਥੋਂ ਮਿਲੀ। ਕਮਾਲ ਦੀ ਗੱਲ ਹੈ ਕਿ ਇਹ ਪੋਥੀ ਜਿਹੜੀ ਆ, ਜਿਹਨੂੰ ਭਾਈ ਮਨੀ ਸਿੰਘ ਵਾਲੀ ਕਿਹਾ ਗਿਆ, ਇਹ ਪਠਾਣਾ ਮੁਗਲਾਂ ਕੋਲੋਂ ਮਿਲਦੀ ਹੈ। ਮੁਗਲਾਂ ਕੋਲੋਂ ਮਿਲਦੀ ਹੈ ਤਾਂ ਉਹਨਾਂ ਕੋਲ ਕਿਵੇਂ ਚਲੇ ਗਈ, ਇਹਦਾ ਕੋਈ, ਇਹ ਸਭ ਗੱਲਾਂ ਬਣਾਈਆਂ ਗਈਆਂ। ਇਹ ਕਿੱਥੋਂ ਪ੍ਰਗਟ ਕੀਤੀ ਹੈਗਾ? ਮੁਗਲਾਂ ਤੋਂ ਮਿਲ ਗਈ। ਮੁਲਤਾਨ ਦੀ ਜਿੱਤ ਵਿੱਚ ਮਿਲੀ ਸੀ ਇਹ 1818 ਵਿੱਚ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੈ ਇਹ। ਤੇ 1818 ਵਿੱਚ ਲੁੱਟ ਵਿੱਚ ਮਿਲੀ ਤੋਂ ਭਾਵ ਹੈ ਕਿ 10ਵੇਂ ਗੁਰੂ ਜੀ ਦੇ ਜੋਤੀਓ ਸਮਾਉਣ ਤੋਂ 110 ਸਾਲ ਬਾਅਦ ਇਹ ਭਾਈ ਮਨੀ ਸਿੰਘ ਵਾਲੀ ਜਿਹੜੀ ਪੋਥੀ ਗਿਣੀ ਜਾਂਦੀ ਹੈ, ਪੁਸਤਕ 10ਵੇਂ ਪਾਤਸ਼ਾਹ ਦੀਆਂ ਰਚਨਾਵਾਂ ਵਾਲੀ, ਜਿਨ੍ਹਾਂ ਨੂੰ ਕਿਹਾ ਗਿਆ ਹੈ, ਇਹ 110 ਸਾਲ ਬਾਅਦ ਪ੍ਰਗਟ ਹੁੰਦੀ ਹੈ 10ਵੇਂ ਪਾਤਸ਼ਾਹ ਦੇ ਜੋਤੀਓ ਸਮਾਉਣ ਤੋਂ ਬਾਅਦ। ਇਹ ਕਮਾਲ ਦੀਆਂ ਇਹ ਗੱਪਾਂ ਮਾਰੀਆਂ ਗਈਆਂ ਹਨ ਕਿ ਭਾਈ ਮਨੀ ਸਿੰਘ ਦੇ ਵੇਲੇ ਕਿਉਂ ਨਹੀਂ ਪ੍ਰਗਟ ਹੋਈ ਏ, ਭਾਈ ਮਨੀ ਸਿੰਘ ਨੇ ਕਿਉਂ ਨਹੀਂ ਇਹ ਸਿੱਖਾਂ ਨੂੰ ਸੰਭਾਲਤੀ ਵੀ ਆਹ ਲਓ ਤੁਹਾਨੂੰ ਮੈਂ ਇਹ ਪੋਥੀ ਦੇ ਕੇ ਚੱਲਿਆ। ਇਹ 110 ਸਾਲ ਬਾਅਦ ਕਿੱਥੋਂ ਆ ਜਾਂਦੀ ਹੈ? ਇਹ ਸਾਰੀਆਂ ਗੱਲਾਂ ਜਿਹੜੀਆਂ ਬਣੀਆਂ ਬਣਾਈਆਂ, ਜਿਹੜੀਆਂ ਇਹ ਕਹਾਣੀਆਂ ਇਹ ਸਿੱਖਾਂ ਦੇ ਗਲ ਵਿੱਚ ਪਾਈਆਂ ਗਈਆਂ। ਲਓ ਜੀ, ਇਸ ਵਿੱਚ ਜਿਹੜੀ ਪੋਥੀ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ, ਇਹਦੇ ਵਿੱਚ ਬਾਣੀ ਦੀ ਤਰਤੀਬ ਜਿਹੜੀ ਹੈ ਬਦਲ ਕੇ ਲਿਖੀ ਹੋਈ ਹੈ। ਤੇ 10ਵੇਂ ਗੁਰੂ ਦੀ ਬਾਣੀ ਜਿਹੜੀ ਹੈ, ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਸਿਰਲੇਖ ਹੇਠ ਵਿੱਚ ਵੀ ਰਚਨਾ ਜਿਹੜੀ ਆ ਇਸੇ ਪੋਥੀ ਵਿੱਚ ਜੋੜੀ ਗਈ ਹੈ। ਹੁਣ ਇਹ ਤਤਗ੍ਰਹਿ ਵਿੱਚ ਕੀ ਲਿਖਿਆ? ਜਾਪ ਚਿੱਤਰ ਨਾਟਕ ਚੰਡੀ ਚਰਿੱਤਰ 1, ਚੰਡੀ ਚਰਿੱਤਰ 2, 24 ਅਵਤਾਰ, ਬ੍ਰਹਮਾ ਅਵਤਾਰ, ਰੁਦਰ ਅਵਤਾਰ, ਪਾਰਸਨਾਥ, ਸਵਈਏ 32 ਅਤੇ 9 ਸ਼ਬਦ, ਸ਼ਸਤਰ ਨਾਮ ਵਾਲਾ, ਗਿਆਨ ਪ੍ਰਬੋਧ, ਅਕਾਲ ਉਸਤਤ, ਵਾਰ ਦੁਰਗਾ ਕੀ, ਚਿੱਤਰੋਪਾਖਿਆਨ, ਜ਼ਫਰਨਾਮਾ, ਹਕਾਤਾਂ ਸਮੇਤ ਅਤੇ ਸਦ। ਤੇ ਇਹਦੇ ਵਿੱਚ ਵੀ ਜਿਹੜਾ ਹੈਡਿੰਗ ਆ ਤਤਕਰੇ ਵਿੱਚ 12 ਨੰਬਰ ਤੇ ਉਹ ਵਾਰ ਦੁਰਗਾ ਕੀ ਲਿਖਿਆ ਹੋਇਆ, ਵਾਰ ਸ਼੍ਰੀ ਭਗਵਤੀ ਜੀ ਕੀ ਨਹੀਂ ਲਿਖਿਆ ਹੋਇਆ, ਜਿਸ ਤੋਂ ਸਪਸ਼ਟ ਹੈ ਕਿ ਵਾਰ ਦੁਰਗਾ ਕੀ ਦਾ ਨਾਂ ਬਦਲ ਕੇ ਅਰਦਾਸ ਵਾਲੀ ਜਿਹੜੀ ਪੌੜੀ ਹੈ ਪ੍ਰਥਮ ਭਗਵਤੀ ਵਾਲੀ, ਉਹਦੇ ਵਿੱਚ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ 10ਵੀਂ ਜਿਹੜਾ ਹੈਡਿੰਗ ਹੈ ਉਹ ਬਦਲਿਆ ਹੋਇਆ ਧੋਖੇ ਨਾਲ। ਉਹ ਹੈਡਿੰਗ ਸੀ ਵਾਰ ਦੁਰਗਾ ਕੀ। ਤੋ ਦੁਰਗਾ ਦਾ ਨਾਂ ਜਿਹੜਾ ਸਿੱਖਾਂ ਦੇ ਅੱਖਾਂ 'ਚ ਓਹਲੇ ਕਰਕੇ ਉਹਦੀ ਜਗ੍ਹਾ 'ਤੇ ਭਗਵਤੀ ਸ਼ਬਦ ਜਿਹੜਾ ਹੈ ਜੋੜ ਦਿੱਤਾ ਗਿਆ। ਭਾਵੇਂ ਦੁਰਗਾ ਦੀ ਜਗ੍ਹਾ ਭਗਵਤੀ ਬਣਾ ਦਿੱਤਾ ਗਿਆ, ਪਰ ਵਾਰ ਜਿਹੜੀ ਹੈ ਉਹਦੇ ਵਿੱਚੋਂ ਦੁਰਗਾ ਜਿਹੜੀ ਕੱਢੀ ਨਹੀਂ ਜਾ ਸਕਦੀ। ਸਾਰੀ ਵਾਰ ਜਿਹੜੀ ਹੈ ਦੁਰਗਾ ਕੀ, ਉਹ 'ਚ ਦੁਰਗਾ ਦਾ ਹੀ ਜ਼ਿਕਰ ਹੈ, ਉਹ ਸਾਰੀ ਦੁਰਗਾ ਦਾ ਹੀ ਜ਼ਿਕਰ ਹੈ। ਸੋ ਦੁਰਗਾ ਦਾ ਨਾਂ ਬਦਲ ਕੇ ਭਗਵਤੀ ਰੱਖਿਆ ਹੋਇਆ, ਜਿਹੜਾ ਕਿ ਸਿੱਖਾਂ ਨੂੰ ਇਹ ਪੌੜੀ ਜਿਹੜੀ ਅਰਦਾਸ ਰਾਹੀਂ ਪੜ੍ਹਾਈ ਜਾਂਦੀ ਹੈ, ਉਹ ਦੁਰਗਾ ਕੀ ਵਾਰ ਹੀ ਹੈ, ਜਿਹਦਾ ਬਦਲਿਆ ਨਾ ਵਾਰ ਸ਼੍ਰੀ ਭਗਵਤੀ ਜੀ ਕੇ ਰੱਖਿਆ ਹੋਇਆ। ਸੋ ਸਨ 1897 ਵਿੱਚ ਅੰਗਰੇਜ਼ਾਂ ਅਤੇ ਬ੍ਰਾਹਮਣਵਾਦੀਆਂ ਵੱਲੋਂ ਸਿੱਖੀ ਵਿਚਾਰਧਾਰਾ ਖਤਮ ਕਰੋ ਦੀ ਜਿਹੜੀ ਮਿਲਵੀਂ ਮਾਰੂ ਨੀਤੀ ਸੀ, ਉਹਦੇ ਅਧੀਨ ਛਪਾਏ ਮੌਜੂਦਾ ਦਸ਼ਗੁਰਾਂ ਦਾ ਤਤਕਰਾ ਦੇਖਦੇ ਹਾਂ। ਹੁਣ ਇਹਦੇ ਵਿੱਚ ਕੀ ਲਿਖਿਆ? ਜਾਪ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਚਿੱਤਰ ਪਹਿਲਾ, ਚੰਡੀ ਚਿੱਤਰ ਦੂਜਾ, ਤੇ 6 ਨੰਬਰ ਤੇ ਪਾਤਾ ਵਾਰ ਸ਼੍ਰੀ ਭਗਵਤੀ ਜੀ ਕੀ। ਇੱਥੇ ਕੋਈ ਵਾਰ ਦੁਰਗਾ ਕੀ ਨਹੀਂ ਲਿਖਿਆ ਆ, ਜਦੋਂ ਕਿ ਪੁਰਾਤਨ ਹੱਥ ਲਿਖਤ ਜਿਹੜੀਆਂ ਆ ਉਹਨਾਂ ਵਿੱਚ ਵਾਰ ਦੁਰਗਾ ਕੀ ਹੈ। ਇੱਥੇ ਕੱਟ ਕੇ ਉਹਨਾਂ ਨੇ ਵਾਰ ਸ਼੍ਰੀ ਭਗਵਤੀ ਜੀ ਕੀ ਕਰ ਦਿੱਤਾ। ਜਦੋਂ ਕਿ ਪੰਨਾ ਨੰਬਰ 119 ਜਿਹੜਾ ਆ ਦਸ਼ਮ ਗ੍ਰੰਥ ਦਾ, ਉਹਦੇ ਉੱਤੇ ਪਾਤਸ਼ਾਹ 10ਵੀਂ ਵੀ ਨਾਲ ਲਿਖ ਦਿੱਤਾ, ਜਦੋਂ ਕਿ ਵਾਰ ਦੁਰਗਾ ਕੀ ਨਾਲ ਕੋਈ ਪਾਤਸ਼ਾਹ 10ਵੀਂ ਨਹੀਂ ਲਿਖਿਆ ਹੋਇਆ, ਜਿਹੜੀਆਂ ਹੱਥ ਲਿਖਤ ਉੱਪਰ ਅਸੀਂ ਪੁਸਤਕਾਂ ਦੇਖੀਆਂ। ਤੋ ਇਹਦੇ ਤੋਂ ਤਤਗ੍ਰਹਿ ਦੇ ਨੰਬਰ 6 ਉੱਤੇ ਲਿਖਿਆ ਵਾਰ ਸ਼੍ਰੀ ਭਗਵਤੀ ਜੀ ਕੀ, ਵਾਰ ਦੁਰਗਾ ਕੀ ਇੱਥੋਂ ਕੱਟਤਾ ਗਿਆ। ਗਿਆਨ ਪ੍ਰਬੋਧ 24 ਅਵਤਾਰ, ਬ੍ਰਹਮਾ ਅਵਤਾਰ, ਰੁਦਰ ਅਵਤਾਰ, ਫੁਟਕਲ ਰਚਨਾਵਾਂ, ਸ਼ਸਤਰ ਨਾਮ ਵਾਲਾ, ਚਿੱਤਰੋਪਾਖਿਆਨ, ਜ਼ਫਰਨਾਮਾ, ਹਕਾਇਤਾਂ। ਸੋ ਡਾਕਟਰ ਜੱਗੀ ਦੇ ਕੀਤੇ ਦਸ਼ਗੁਰਾਂ ਦੇ ਟੀਕੇ ਵਿੱਚ ਵਾਰ ਦੁਰਗਾ ਕੀ ਦੇ ਹੀ ਅਰਥ ਹਨ, ਵਾਰ ਸ਼੍ਰੀ ਭਗਵਤੀ ਦੇ ਨਹੀਂ। ਜੇ ਟੀਕਾ ਪੜ੍ਹੋ
ਡਾਕਟਰ ਜੱਗੀ ਦਾ ਕੀਤਾ ਹੋਇਆ ਤਾਂ ਉਹਦੇ ਵਿੱਚ ਅਰਥ ਜਿਹੜੇ ਆ ਉਹ ਵਾਰ ਦੁਰਗਾ ਕੀ ਦੇ ਕੀਤੇ ਹੋਏ ਆ, ਕਿਉਂਕਿ ਸਿਰਲੇਖ ਹੀ ਵਾਰ ਦੁਰਗਾ ਕੀ ਹੈ, ਜਿਸ ਨੂੰ ਬਦਲ ਕੇ ਵਾਰ ਸ਼੍ਰੀ ਭਗੌਤੀ ਜੀ ਕੀ ਅੱਜ ਕੱਲ੍ਹ ਦੇ ਦਸ਼ਮ ਗ੍ਰੰਥ ਵਿੱਚ ਧੋਖੇ ਨਾਲ ਲਿਖਿਆ ਗਿਆ ਹੈ। ਸੋ ਦੁਰਗਾ ਜਿਹੜੀ ਹੈ ਇਹਦਾ ਨਾਂ ਚੰਡੀ ਵੀ ਚੱਲਦਾ ਰਿਹਾ, ਤੇ ਚੰਡੀ ਮੰਦਿਰ ਵੀ ਅੱਜ ਕੱਲ੍ਹ ਚੰਡੀ ਦੇ ਨਾਂ ਤੇ ਬਣੇ ਹੋਏ ਆ। ਚੰਡੀ ਮੰਦਿਰ ਚੰਡੀਗੜ੍ਹ ਵਿੱਚ ਹੈ, ਤੇ ਚੰਡੀ ਦੇਵੀ ਟੈਂਪਲ ਹਰਿਦੁਆਰ ਵਿੱਚ ਹੈ। ਤਾਂ ਇਸ ਤਰ੍ਹਾਂ ਸਿਰਲੇਖ ਵਿੱਚ ਹੇਰਾਫੇਰੀ ਕੀਤੀ ਗਈ ਹੈ। ਵਾਰ ਦੁਰਗਾ ਕੀ ਵਿੱਚ ਪਾਤਸ਼ਾਹੀ ਦਸਵੀਂ ਨਹੀਂ ਲਿਖਿਆ ਹੋਇਆ ਵਾਰ ਦੁਰਗਾ ਕੀ ਦੇ ਨਾਲ। ਚੰਡੀ ਦੀ ਵਾਰ ਵਿੱਚ ਵੀ ਪਾਤਸ਼ਾਹੀ ਦਸਵੀਂ ਨਹੀਂ ਲਿਖਿਆ ਹੋਇਆ ਗੁਟਕਿਆਂ 'ਚ। ਵਾਰ ਸ਼੍ਰੀ ਭਗੌਤੀ ਜੀ ਕੀ ਵਿੱਚ ਧੋਖੇ ਨਾਲ ਕਿਸੇ ਪੰਥ ਦੋਖੀ ਨੇ ਸਿਰਲੇਖ ਬਦਲ ਵੀ ਦਿੱਤਾ ਅਤੇ ਨਾਲ ਪਾਤਸ਼ਾਹੀ ਦਸਵੀਂ ਵੀ ਜੋੜ ਦਿੱਤਾ। ਸੋ ਦਸ਼ਮ ਗ੍ਰੰਥ ਦੀਆਂ ਜਿਹੜੀਆਂ 3 ਰਚਨਾਵਾਂ ਉਹਨਾਂ ਵਿੱਚ ਇੱਕੋ ਹੀ ਕਹਾਣੀ ਚੱਲਦੀ ਹੈ। ਉਹ 3 ਰਚਨਾਵਾਂ ਕਿਹੜੀਆਂ ਹਨ? ਚੰਡੀ ਚਰਿੱਤਰ ਉਕਤ ਵਿਲਾਸ, ਚੰਡੀ ਚਰਿੱਤਰ ਅਤੇ ਵਾਰ ਦੁਰਗਾ ਕੀ। ਇਹ ਰਚਨਾਵਾਂ ਜਿਹੜੀਆਂ 3 ਦਸ਼ਮ ਗ੍ਰੰਥ ਵਿੱਚ ਚੱਲਦੀਆਂ ਹਨ, ਇਹਨਾਂ 'ਚ ਇੱਕੋ ਹੀ ਕਹਾਣੀ ਹੈ ਵਾਰ ਦੁਰਗਾ ਕੀ ਵਾਲੀ, ਉਹੀ ਤਿੰਨਾਂ ਵਿੱਚ ਕਹਾਣੀ ਹੈ। ਵਿਸਥਾਰ ਜਿਹੜਾ ਹੈ ਉਹ ਵੱਧ ਘੱਟ ਹੈ। ਤੇ ਇਹ ਹੈ ਕਿ ਅਸਲ 'ਚ ਵਾਰ ਦੁਰਗਾ ਕੀ ਇਹ ਮਾਰਕੰਡੇ ਪੁਰਾਣ ਵਿੱਚ ਇੱਕ ਕਥਾ ਹੈ 700 ਸ਼ਲੋਕਾਂ ਵਾਲੀ। ਦੁਰਗਾ ਦੇਵੀ ਅਤੇ ਦੈਂਤਾਂ ਦੇ ਯੁੱਧ ਦੀ ਉਹਦੇ ਵਿੱਚ ਕਹਾਣੀ ਬਿਆਨ ਕੀਤੀ ਗਈ ਹੈ। ਇਹ ਮਾਰਕੰਡੇ ਪੁਰਾਣ ਦੇ ਵਿੱਚ ਇੱਕ ਲਿਖਤ ਹੈ 700 ਸ਼ਲੋਕਾਂ ਵਾਲੀ, ਜਿਸ ਤੋਂ ਵਾਰ ਦੁਰਗਾ ਕੀ ਬਣਾਈ ਗਈ ਹੈ। ਇਹ ਕੋਈ ਇੰਡੀਪੈਂਡੈਂਟ ਰਚਨਾ ਨਹੀਂ ਹੈ। ਵਾਰ ਦੁਰਗਾ ਕੀ ਮੌਲਿਕ ਰਚਨਾ ਨਹੀਂ, ਇਹ ਮਾਰਕੰਡੇ ਪੁਰਾਣ ਦੇ ਵਿੱਚੋਂ ਨਕਲ ਕੀਤੀ ਹੋਈ 700 ਸ਼ਲੋਕਾਂ ਵਾਲੀ ਜਿਹੜੀ ਕਹਾਣੀ ਹੈ, ਕਥਾ ਆ, ਉਹਦੇ ਵਿੱਚੋਂ ਨਕਲ ਕਰਕੇ ਇਹ ਦੁਰਗਾ ਕੀ ਵਾਰ ਜਿਹੜੀ ਹੈ ਬਣਾਈ ਗਈ ਹੈ। ਇਹਦਾ ਸਰੋਤ ਹੈ ਮਾਰਕੰਡੇ ਪੁਰਾਣ। ਉਹਦਾ ਅਧਿਆਇ ਨੰਬਰ ਹੈ 14 ਮਾਰਕੰਡੇ ਪੁਰਾਣ ਦਾ। ਉਹਦੇ 'ਚ ਲਿਖਿਆ these compositions is a free translation of Sabd Sati, literally meaning 700, meaning the epic comprising 700 shlokas, chapter 14, subscription 8194 of the classical Markandeya Puran, which describes the battle between the goddess Durga and demons whom she vanquished to reinstall Indra, the king of gods. ਸੋ ਇਹ ਕਹਾਣੀ ਹੈ ਵੀ ਇੰਦਰ ਦਾ ਰਾਜ ਦੈਂਤਾਂ ਨੇ ਖੋਹ ਲਿਆ, ਤੇ ਦੁਰਗਾ ਜਿਹੜੀ ਹੈ ਜਿਹਦਾ ਨਾਮ ਪਾਰਵਤੀ ਹੈ, ਸ਼ਿਵ ਜੀ ਦੇ ਘਰ ਵਾਲੀ ਹੈ ਪਾਰਵਤੀ, ਉਹ ਦੁਰਗਾ ਦੇ ਨਾਂ ਦੇ ਹੇਠ ਇਹ ਫਿਰ ਦੈਂਤਾਂ ਨਾਲ ਲੜਦੀ ਹੈ ਤੇ ਉਹਨਾਂ ਨੂੰ ਜਿੱਤ ਕੇ ਇੰਦਰ ਨੂੰ ਇੰਦਰਪੁਰੀ ਦਾ ਰਾਜ ਵਾਪਸ ਕਰਵਾ ਦਿੰਦੀ ਹੈ। ਸੋ ਇੱਥੋਂ ਤੱਕ ਸੀ ਇਹ ਵਿਚਾਰ ਕਿ ਜਿਹੜੀ ਅਰਦਾਸ ਵਿੱਚ ਵਾਰ ਸ਼੍ਰੀ ਭਗੌਤੀ ਜੀ ਕੀ ਸਿੱਖਾਂ ਨੂੰ ਪੜ੍ਹਾਈ ਜਾਂਦੀ ਹੈ, ਉਹਦਾ ਸਰੋਤ ਕੀ ਹੈ, ਉਹਦਾ ਨਾਂ ਕਿਵੇਂ ਬਦਲਿਆ ਗਿਆ, ਇਹ ਵਿਚਾਰ ਆਪਾਂ ਕੀਤੀ ਹੈ ਕਿ ਉਸ ਦਾ ਵਾਰ ਦਾ ਅਸਲੀ ਨਾਂ ਹੈ ਵਾਰ ਦੁਰਗਾ ਕੀ, ਜਿਸ ਦਾ ਸਿਰਲੇਖ ਬਦਲ ਕੇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਕੀਤਾ ਗਿਆ ਹੈ। ਤਾਂ ਇਹ ਇੱਕ ਧੋਖਾ ਹੈ, ਅਸਲੀ ਰਚਨਾ ਨੂੰ ਦਾ ਸਿਰਲੇਖ ਬਦਲਿਆ ਗਿਆ ਹੈ। ਇਸ ਤੋਂ ਬਾਅਦ ਅਗਲੀ ਵੀਡੀਓ 'ਚ ਵਿਚਾਰ ਕਰਾਂਗੇ ਇਹ ਜਿਹੜੀ ਵਾਰ ਦੁਰਗਾ ਕੀ ਹੈ, ਇਹਦੇ ਵਿੱਚ ਕੀ ਉਪਦੇਸ਼ ਹੈ, ਕੀ ਕੋਈ ਸਿੱਖੀ ਦਾ ਉਪਦੇਸ਼ ਹੈ, ਕੀ ਇਹਦੀਆਂ ਪੌੜੀਆਂ ਜਿਹੜੀਆਂ ਆ ਉਹ ਕਿਤੇ ਅਕਾਲ ਪੁਰਖ ਬਾਰੇ ਬਿਆਨ ਕਰਦੀਆਂ, ਕਿਉਂਕਿ ਵਾਰ ਦੁਰਗਾ ਕੀ ਜਿਹੜੀ ਹੈ ਉਹਦਾ ਸਿਰਲੇਖ ਹੀ ਦੱਸ ਰਿਹਾ ਕਿ ਇਸ ਵਾਰ ਵਿੱਚ ਦੁਰਗਾ ਦੀ ਗੱਲ ਹੋਗੀ, ਦੁਰਗਾ ਦੇਵੀ ਦੀ ਗੱਲ ਹੋਏਗੀ, ਪਾਰਵਤੀ ਦੀ ਗੱਲ ਹੋਏਗੀ। ਇਹ ਵਾਰ ਦਾ ਸਿਰਲੇਖ ਹੀ ਦੱਸ ਰਿਹਾ ਤੇ ਸਿੱਖਾਂ ਨੂੰ ਇਹ ਭਗੌਤੀ ਦੇ ਅਰਥ ਅਕਾਲ ਪੁਰਖ ਕਰ ਕਰਕੇ ਵਰਗਲਾਇਆ ਗਿਆ, ਧੋਖੇ ਵਿੱਚ ਲਿਆਂਦਾ ਗਿਆ
ਕਿ ਸਿੱਖ ਜਿਹੜੇ ਭਗਵਤੀ ਨੂੰ ਰੱਬ ਹੀ ਮੰਨੀ ਜਾਣ, ਤੇ ਔਰ ਸਿੱਖ ਜਿਹੜੇ ਆ ਉਹ ਮੰਨ ਵੀ ਰਹੇ ਹਨ, ਕਿਉਂਕਿ ਰੋਜ਼ਾਨਾ ਅਰਦਾਸ ਵਿੱਚ ਉਹਨਾਂ ਦੇ ਗਲ ਵਿੱਚ ਭਗਵਤੀ ਪਾ ਦਿੱਤੀ ਗਈ ਹੈ ਤੇ ਭਗਵਤੀ ਦੇ ਅਰਥ ਉਹਨਾਂ ਨੂੰ ਦੱਸਿਆ ਗਿਆ ਵੀ ਇਹਦੇ ਅਰਥ ਅਕਾਲ ਪੁਰਖ ਹੁੰਦੇ ਆ। ਹਾਲਾਂਕਿ ਇਹਦਾ ਨਾਂ ਦੁਰਗਾ ਹੈ ਤੇ ਦੁਰਗਾ ਇਹ ਪਾਰਵਤੀ ਦਾ ਨਾਂ ਹੈ। ਤੇ ਦੁਰਗਾ ਜਿਹੜੀ ਹੈ ਉਹ ਲੜਦੀ ਹੈ ਦੈਂਤਾਂ ਨਾਲ। ਮਾਰਕੰਡੇ ਪੁਰਾਣ ਦੀ ਇਹ ਕਹਾਣੀ ਹੈ, ਹਿੰਦੂ ਮਾਤਾ ਗ੍ਰੰਥ ਜਿਹੜਾ ਮਾਰਕੰਡੇ ਪੁਰਾਣ ਉਹਦੇ ਵਿੱਚੋਂ ਕਹਾਣੀ ਲਈ ਗਈ ਹੈ। ਤੇ ਮਾਰਕੰਡੇ ਪੁਰਾਣ ਵਿੱਚ ਕਿਤੇ ਰੱਬ ਦੀ ਗੱਲ ਨਹੀਂ, ਉਹ ਮਾਰਕੰਡੇ ਪੁਰਾਣ ਵਿੱਚ ਮਾਰਕੰਡ ਰਿਸ਼ੀ ਨੇ ਇਹ 700 ਸ਼ਲੋਕਾਂ ਵਾਲੀ ਦੁਰਗਾ ਦੇਵੀ ਦੀ ਕਥਾ ਲਿਖੀ ਹੋਈ ਹੈ। ਇਸੇ ਦੁਰਗਾ ਦਾ ਨਾਮ ਬਦਲ ਕੇ ਭਗਵਤੀ ਕੀਤਾ ਗਿਆ ਤੇ ਸਿੱਖਾਂ ਨੂੰ ਕਿਹਾ ਗਿਆ ਕਿ ਭਗਵਤੀ ਜਿਹੜਾ ਹੈ ਇਹ ਰੱਬ ਹੁੰਦਾ ਆ। ਪ੍ਰਥਮ ਭਗਵਤੀ ਸਿਮਰਨ ਦੇ ਅਰਥ ਸਿੱਖਾਂ ਨੂੰ ਕਰਾਏ ਜਾ ਰਹੇ ਹਨ ਕਿ ਪਹਿਲਾਂ ਰੱਬ ਨੂੰ ਸਿਮਰੋ। ਭਗਵਤੀ ਨੂੰ ਰੱਬ ਬਣਾ ਦਿੱਤਾ ਗਿਆ, ਹਾਲਾਂਕਿ ਭਗਵਤੀ ਦਾ ਨਾਮ ਦੁਰਗਾ ਹੈ। ਦੁਰਗਾ ਇਹ ਮਾਰਕੰਡੇ ਪੁਰਾਣ ਦੀ ਜਿਹੜੀ ਕਹਾਣੀ ਹੈ ਉਹਦੀ ਨਾਇਕਾ ਆ। ਇਹ ਪਾਰਵਤੀ ਹੈ, ਇਹ ਸ਼ਿਵ ਜੀ ਦੇ ਘਰ ਵਾਲੀ ਹੈ। ਤੋ ਇੱਥੋਂ ਤੱਕ ਇਹ ਵਿਚਾਰ ਜਿਹੜੀ ਸਮਾਪਤ ਹੈ ਤੇ ਭੁੱਲਾਂ ਦੀ ਖਿਮਾ। ਉਮੀਦ ਹੈ ਕਿ ਸਮਝ ਵਿੱਚ ਆ ਗਈ ਹੋਵੇਗੀ ਕਿ ਅਰਦਾਸ ਵਾਲੀ ਜਿਹੜੀ ਪ੍ਰਥਮ ਭਗਵਤੀ ਹੈ ਉਹਦਾ ਜਿਹੜਾ ਸਿਰਲੇਖ ਹੈ ਵਾਰ ਸ਼੍ਰੀ ਭਗਵਤੀ ਜੀ ਕੀ ਉਹ ਗਲਤ ਹੈ। ਅਸਲ ਸਿਰਲੇਖ ਉਹਦਾ ਹੈ ਵਾਰ ਦੁਰਗਾ ਕੀ, ਤੇ ਦੁਰਗਾ ਇਹ ਪਾਰਵਤੀ ਦਾ ਨਾਂ ਹੈ, ਸ਼ਿਵ ਜੀ ਦੇ ਘਰ ਵਾਲੀ ਦਾ ਨਾਂ ਹੈ, ਜੋ ਦੈਂਤਾਂ ਨਾਲ ਯੁੱਧ ਕਰਕੇ ਇੰਦਰ ਨੂੰ ਰਾਜ ਵਾਪਸ ਕਰਵਾਉਂਦੀ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।